ਸਾਰੇ ਜਮਾਤੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਪੜਾਂਗੇ ਜਮਾਤ 10ਵੀਂ ਭਾਗ ਦੂਜਾ ਨਿਬੰਧ ਵਿੱਚੋਂ ਅਗਲਾ ਨਿਬੰਧ ਰਾਜਸਥਾਨ ਦੇ ਪ੍ਰਸਿੱਧ ਕਿਲੇ, ਪਾਠ 5ਵਾਂ ਬਲਜਿੰਦਰ ਸਿੰਘ ਭੁੱਲਰ ਦਾ। ਸਭ ਤੋਂ ਪਹਿਲਾਂ ਲੇਖਕ ਪਰਿਚੈ। ਬਲਜਿੰਦਰ ਸਿੰਘ ਭੁੱਲਰ ਦਾ ਜਨਮ 21 ਮਾਰਚ 1962 ਈਸਵੀ ਨੂੰ ਪਿੰਡ ਕੰਧਵਾਲਾ ਹਾਜ਼ਰ ਖਾਂ ਫਾਜ਼ਿਲਕਾ ਦੇ ਨੇੜੇ ਵਿੱਚ ਮਾਤਾ ਬਸੰਤ ਕੌਰ ਅਤੇ ਪਿਤਾ ਜਰਨੈਲ ਸਿੰਘ ਦੇ ਘਰ ਹੋਇਆ। ਬਲਜਿੰਦਰ ਸਿੰਘ ਭੁੱਲਰ ਨੇ MA ਕੀਤੀ, MPhil ਕੀਤੀ ਅਤੇ ਪੁੱਤ ਜੱਟਾਂ ਦੇ ਫਿਲਮ ਵਿੱਚ ਬਤੌਰ ਭੰਗੜਾ ਕਲਾਕਾਰ ਹਿੱਸਾ ਲਿਆ। ਪੰਜਾਬ ਵਿੱਚ ਵਸੇ ਹੋਣ ਦੇ ਬਾਵਜੂਦ ਉਹਨਾਂ ਦਾ ਰਾਜਸਥਾਨ ਦੇ ਕਿਲਿਆਂ ਸੰਬੰਧੀ ਬਹੁਤ ਪਿਆਰ ਸੀ। ਇਨ੍ਹਾਂ ਹੀ ਰੁਚੀਆਂ ਦੇ ਕਾਰਨ ਉਹਨਾਂ ਨੇ ਆ ਨਿਬੰਧ ਲਿਖਿਆ। ਆਓ ਸ਼ੁਰੂ ਕਰੀਏ। ਰਾਜਸਥਾਨ ਦੇ ਪ੍ਰਸਿੱਧ ਕਿਲੇ। ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਰਾਜ ਪਰਿਵਾਰ ਰਾਜ ਕਰਦੇ ਸਨ, ਜਿਹੜੇ ਆਪਣੇ ਰਾਜ ਨੂੰ ਦੁਸ਼ਮਣ ਰਾਜਿਆਂ ਤੋਂ ਸੁਰੱਖਿਅਤ ਰੱਖਣ ਲਈ ਕਈ ਢੰਗ ਵਰਤਦੇ ਸਨ। ਇਹਨਾਂ ਵਿੱਚੋਂ ਕਿਲਿਆਂ ਦਾ ਨਿਰਮਾਣ ਸੁਰੱਖਿਆ ਦਾ ਸਭ ਤੋਂ ਵਧੀਆ ਸਾਧਨ ਸੀ। ਕਿਲੇ ਜਿੱਥੇ ਇੱਕ ਪਾਸੇ ਰਾਜ ਦੀ ਸੁਰੱਖਿਆ ਦਾ ਪ੍ਰਤੀਕ ਸਨ, ਉੱਥੇ ਦੂਜੇ ਪਾਸੇ ਇਹ ਸ਼ਾਸਕ ਦੀ ਸ਼ਕਤੀ, ਆਰਥਿਕ ਸਮਰੱਥਾ ਅਤੇ ਉਸ ਦੀ ਕੂਟਨੀਤਿਕ ਦ੍ਰਿਸ਼ਟੀ ਦਾ ਸਬੂਤ ਵੀ ਪੇਸ਼ ਕਰਦੇ ਸਨ। ਰਾਜਸਥਾਨ ਦੇ ਖਿੱਤੇ ਵਿੱਚ ਕਿਲਿਆਂ ਦੀ ਗਿਣਤੀ ਸੈਂਕੜਿਆਂ 'ਚ ਹੋਣ ਕਰਕੇ ਇਸ ਨੂੰ ਕਿਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇਹ ਮਹੱਤਵਪੂਰਨ ਕਿਲੇ ਰਾਜਸਥਾਨੀ ਕਲਾ, ਸੰਸਕ੍ਰਿਤੀ ਅਤੇ ਬਹਾਦਰੀ ਦੇ ਅਨੇਕ ਕਿੱਸਿਆਂ ਨੂੰ ਸਾਡੇ ਦ੍ਰਿਸ਼ਟੀਗੋਚਰ ਕਰਦੇ ਸਨ। ਕਿਲਿਆਂ ਦੀਆਂ ਇੰਨੀਆਂ ਵਿਸ਼ੇਸ਼ਤਾ ਕਰਕੇ ਹੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੱਖਾਂ ਸੈਲਾਨੀ ਹਰ ਵਰ੍ਹੇ ਰਾਜਸਥਾਨ ਘੁੰਮਣ ਆਉਂਦੇ ਹਨ ਅਤੇ ਕਿਲਿਆਂ ਦੀ ਭਵਨ ਕਲਾ ਨੂੰ ਵੇਖ ਕੇ ਰੋਮਾਂਚਿਤ ਹੋ ਜਾਂਦੇ ਹਨ। ਕਿਲੇ ਸਿਰਫ ਇੱਟਾਂ, ਪੱਥਰਾਂ ਅਤੇ ਚੂਨੇ ਦੀਆਂ ਬਣੀਆਂ ਵਿਸ਼ਾਲ ਇਮਾਰਤਾਂ ਹੀ ਨਹੀਂ, ਸਗੋਂ ਰਾਜਿਆਂ ਦੀ ਵੀਰਤਾ, ਯੁੱਧ ਨੀਤੀ ਅਤੇ ਸੁਰੱਖਿਆ ਚੱਕਰ ਦੀ ਜਿਉਂਦੀ ਜਾਗਦੀ ਮਿਸਾਲ ਹੈ। ਸਭ ਤੋਂ ਪਹਿਲਾ ਕਿਲਾ ਚਿੱਤੌੜ ਦਾ ਕਿਲਾ, ਜਿਹੜਾ ਕਿ ਤੁਸੀਂ ਸਾਹਮਣੇ ਸਕਰੀਨ ਤੇ ਵੇਖ ਰਹੇ ਹੋ। ਇਹ ਕਿਲਾ ਰਾਜਸਥਾਨ ਹੀ ਨਹੀਂ, ਸੰਪੂਰਨ ਭਾਰਤ ਦੇ ਕਿਲਿਆਂ ਦਾ ਸਿਰਮੌਰ ਹੈ। ਇਹ ਕਿਲਾ ਅਰਾਵਲੀ ਪਰਬਤਮਾਲਾ ਦੀ ਇੱਕ ਵੱਡੀ ਪਹਾੜੀ ਦੇ ਸਿਖਰ ਉੱਤੇ ਬਣਿਆ ਹੋਇਆ ਹੈ। ਇਸ ਕਿਲੇ ਦੀ ਨਿਸ਼ਚਿਤ ਨਿਰਮਾਣ ਮਿਤੀ ਦਾ ਤਾਂ ਪਤਾ ਨਹੀਂ, ਪਰੰਤੂ ਵਿਦਵਾਨਾਂ ਅਨੁਸਾਰ ਇਹ ਮੌਰਿਆ ਵੰਸ਼ ਦੇ ਰਾਜਾ ਚਿਤਰਾਗੰਦ ਮੌਰਿਆ ਨੇ 7ਵੀਂ ਸਦੀ ਦੇ ਆਸੇ-ਪਾਸੇ ਬਣਵਾਇਆ। ਇਸ ਕਰਕੇ ਇਸ ਕਿਲੇ ਦਾ ਨਾਮ ਚਿੱਤਰਕੂਟ ਜਾਂ ਚਿੱਤੌੜ ਪੈ ਗਿਆ, ਕਿਉਂਕਿ ਇਹਨੂੰ ਚਿਤਰਾਗੰਦ ਮੌਰਿਆ ਨੇ ਬਣਵਾਇਆ ਸੀਗਾ ਤੇ ਉਹਦੇ ਨਾਮ ਤੇ ਹੀ ਚਿੱਤੌੜ ਪੈ ਗਿਆ। ਇਸ ਕਿਲੇ ਵਿੱਚ ਬਹੁਤ ਸਾਰੇ ਮੰਦਿਰ ਅਤੇ ਤਾਲਾਬ ਮੌਜੂਦ ਹਨ, ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ। ਇਸ ਕਿਲੇ ਨਾਲ 3 ਇਤਿਹਾਸਿਕ ਸਾਕੇ ਜੁੜੇ ਹੋਏ ਨੇ। ਪਹਿਲਾ ਸਾਕਾ 303 ਈਸਵੀ ਵਿੱਚ ਸੁਲਤਾਨ ਅਲਾਉਦੀਨ ਖਿਲਜੀ ਦੇ ਵੇਲੇ ਹੋਇਆ। ਦੂਜਾ ਸਾਕਾ 1534 ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਸਮੇਂ ਅਤੇ ਤੀਜਾ ਸਾਕਾ 1567 ਵਿੱਚ ਮੁਗਲ ਬਾਦਸ਼ਾਹ ਅਕਬਰ ਨੇ ਹਮਲਾ ਕੀਤਾ। ਤੇ ਸਾਕਾ ਕੀ ਹੁੰਦਾ ਹੈ, ਇਸ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ। ਸਾਕਾ ਜਦੋਂ ਯੋਧੇ ਕੇਸਰੀ ਵਸਤਰ ਪਹਿਨ ਕੇ ਤਿਆਰ ਹੋ ਜਾਂਦੇ ਨੇ, ਹੋਰ ਉਹ ਕੇਸਰੀ ਬਾਣਾ ਪਾ ਕੇ ਯੁੱਧ ਦੇ ਵਿੱਚ ਲੜਦੇ ਹੋਏ ਸ਼ਹੀਦ ਹੋਣ ਲਈ ਤਿਆਰ ਹੋ ਜਾਂਦੇ ਹੈ। ਹੋਰ ਜਿਹੜੀ ਇਸਤਰੀਆਂ ਹਨ, ਉਹ ਆਪ ਅੱਗ ਵਿੱਚ ਆਪਣੇ ਆਪ ਨੂੰ ਜਿਉਂਦੀਆਂ ਜ਼ਿੰਦਗੀ ਖਤਮ ਕਰ ਲੈਂਦੀਆਂ ਨੇ। ਬੰਦੇ ਕੇਸਰੀ ਬਾਣਾ ਪਾ ਕੇ ਯੁੱਧ ਦੇ ਮੈਦਾਨ ਵਿੱਚ ਵੀਰਗਤੀ ਪ੍ਰਾਪਤ ਕਰਦੇ ਹਨ ਅਤੇ ਇਸਤਰੀਆਂ ਆਪ ਅੱਗ ਵਿੱਚ ਜਿਉਂਦੀਆਂ ਜ਼ਿੰਦਗੀ ਖਤਮ ਕਰ ਲੈਂਦੀਆਂ ਨੇ। ਇਸ ਨੂੰ ਆਖਦੇ ਨੇ ਸਾਕਾ। ਇਸ ਕਿਲੇ ਦੀਆਂ ਕੰਧਾਂ ਬਹੁਤ ਮਜ਼ਬੂਤ ਸਨ, ਜਿਸ ਨੂੰ ਕੋਈ ਹਮਲਾਵਰ ਭੇਦ ਨਹੀਂ ਸਕਿਆ। ਇਸ ਕਿਲੇ ਦਾ ਸਭ ਤੋਂ ਵੱਧ ਆਕਰਸ਼ਣ ਰਾਣੀ ਪਦਮਨੀ ਦਾ ਮਹਿਲ ਹੈ। ਇਹ ਕਿਲਾ ਸੈਂਕੜਿਆਂ ਵਰ੍ਹਿਆਂ ਤੱਕ ਮੇਵਾੜ ਦੀ ਰਾਜਧਾਨੀ ਰਿਹਾ। ਲੋਕ ਕਵੀ ਇਸ ਕਿਲੇ ਨੂੰ ਹੀ ਆਪਣੀਆਂ ਰਚਨਾਵਾਂ 'ਚ ਕਿਲਾ ਮੰਨਦੇ ਨੇ। ਔਰ ਇਸ ਬਾਰੇ ਲਿਖਿਆ ਵੀ ਹੋਇਆ ਹੈ, ਗੜ ਤੋਂ ਚਿੱਤੌੜ ਗੜ ਔਰ ਸਭ ਗੜਿਆ। ਬਈ ਗੜ ਹੈ ਉਹ ਤਾਂ ਚਿੱਤੌੜਗੜ੍ਹ ਹੈ, ਬਾਕੀ ਸਭ ਇਵੇਂ ਹੀ ਨੇ। ਜੈਸਲਮੇਰ ਦਾ ਕਿਲਾ। ਵਿਦਵਾਨਾਂ ਅਨੁਸਾਰ ਜੈਸਲਮੇਰ ਦਾ ਕਿਲਾ ਰਾਜਸਥਾਨ ਵਿੱਚ ਭਾਟੀ ਰਾਜਪੂਤਾਂ ਦਾ ਸਭ ਤੋਂ ਵੱਡਾ ਕਿਲਾ ਹੈ। ਇਸ ਕਿਲੇ ਦਾ ਨਿਰਮਾਣ ਰਾਓ ਜੈਸਲ ਨੇ 1155 ਈਸਵੀ ਵਿੱਚ ਕਰਵਾਇਆ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਰਾਓ ਜੈਸਲ ਦਾ ਨਾਮ ਉੱਤੇ ਹੀ ਇਸ ਦਾ ਨਾਮ ਜੈਸਲਮੇਰ ਪੈ ਗਿਆ। ਇਹ ਕਿਲਾ ਰਾਜਪੂਤ ਭਵਨ ਕਲਾ ਦੇ ਆਧਾਰ ਉੱਤੇ ਬਣਾਇਆ ਗਿਆ ਹੈ। ਕਿਲੇ ਦੇ ਅੰਦਰੂਨੀ ਭਾਗ ਵਿੱਚ ਕੀਤੀ ਗਈ ਚਿੱਤਰਕਾਰੀ ਆਪਣੀ ਮਿਸਾਲ ਆਪ ਵਿੱਚ ਹੈ। ਕਿਲੇ ਵਿੱਚ ਬਣੇ ਹੋਏ ਰੰਗ ਮਹਿਲ,
ਗਜਵਿਲਾਸ ਅਤੇ ਮੋਤੀ ਮਹਿਲ ਦੀ ਨਿਰਮਾਣਕਾਰੀ ਵੇਖਣਯੋਗ ਹੈ। ਮਹਿਲਾਂ ਦੇ ਨੇੜੇ ਭਗਵਾਨ ਆਦਿ ਨਾਰਾਇਣ, ਸ਼ਕਤੀ, ਇਹਨਾਂ ਭਗਵਾਨਾਂ ਦੇ ਮੰਦਰ ਬਣੇ ਹੋਏ ਹਨ। ਇਹਨਾਂ ਮੰਦਰਾਂ ਦੇ ਨੇੜੇ ਹੀ ਜੈਨ ਮੰਦਰਾਂ ਦਾ ਸਮੂਹ ਵੀ ਸਥਿਤ ਹੈ। ਇਸ ਕਿਲੇ ਨੂੰ ਸੋਨਾਰ ਕਿਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਿਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆ ਪ੍ਰਸਿੱਧ ਹਿੰਦੀ ਫਿਲਮ ਡਾਇਰੈਕਟਰ ਸਤਿਆਜੀਤ ਰੇ ਨੇ ਸੋਨਾਰ ਕਿਲਾ ਨਾਮ ਤੋਂ ਫਿਲਮ ਵੀ ਬਣਾਈ ਸੀ। ਇਸ ਕਿਲੇ ਨੂੰ ਜਿੱਤਣ ਲਈ ਕਈ ਹਮਲਾਵਰਾਂ ਨੇ ਹਮਲੇ ਕੀਤੇ, ਜਿਨ੍ਹਾਂ ਵਿੱਚੋਂ ਅਲਾਉਦੀਨ, ਫਿਰੋਜ਼ ਸ਼ਾਹ, ਰਾਓ ਮਾਲਦੇਵ ਅਤੇ ਬੀਕਾਨੇਰ ਦੇ ਰਾਓ ਲੂਣਕਰਨ ਮੁੱਖ ਹਨ। ਹੁਣ ਹੈ ਆਮੇਰ ਦਾ ਕਿਲਾ। ਆਮੇਰ ਉੱਪਰ ਆਦੀਵਾਸੀ ਮੀਣਿਆਂ ਦਾ ਅਧਿਕਾਰ ਸੀ, ਪਰੰਤੂ ਕੁਸ਼ਵਾਹਾ ਰਾਜਪੂਤਾਂ ਨੇ ਇਸ ਨੂੰ ਆਦੀਵਾਸੀ ਮੀਣਿਆਂ ਤੋਂ ਖੋਹ ਕੇ ਆਪਣੇ ਅਧੀਨ ਕਰ ਲਿਆ ਅਤੇ ਇਸ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ। ਇਹ ਕਿਲਾ ਜੈਪੁਰ ਦੇ ਉੱਤਰ ਪੂਰਬ 'ਚ 7 ਮੀਲ ਦੀ ਦੂਰੀ 'ਤੇ ਸਥਿਤ ਹੈ। ਆਪਣੀ ਜਵਾਨੀ ਸਮੇਂ ਇਹ ਕਿਲਾ ਚਾਰੇ ਪਾਸਿਆਂ ਤੋਂ ਪਹਾੜੀਆਂ ਅਤੇ ਦਰਖਤਾਂ ਨਾਲ ਘਿਰਿਆ ਹੋਇਆ ਸੀ। ਰਾਜਾ ਜੈ ਸਿੰਘ ਦੁਆਰਾ ਬਣਵਾਇਆ ਗਿਆ ਜੈਗੜ੍ਹ ਵੀ ਆਮੇਰ ਕਿਲੇ ਦਾ ਹੀ ਹਿੱਸਾ ਹੈ। ਆਮੇਰ ਕਿਲੇ ਦੇ ਨਾਲ ਹੀ ਪਿਛਲੇ ਪਾਸੇ ਪਹਾੜੀਆਂ ਤੇ ਜੈਗੜ੍ਹ ਬਣਿਆ ਹੋਇਆ ਹੈ। ਇਸ ਕਿਲੇ ਵਿੱਚ ਸਿਲਾ ਦੇਵੀ ਦਾ ਮੰਦਿਰ ਹੈ ਤੇ ਕਾਲੀ ਮਾਤਾ ਦਾ ਮੰਦਿਰ ਵੀ ਬਣਿਆ ਹੋਇਆ ਹੈ। ਬਿਲਕੁਲ ਆ ਜਿਹੜਾ ਗੇਟ ਦੇਖ ਰਹੇ ਹੋ, ਗੇਟ ਦੇ ਬਿਲਕੁਲ ਅੰਦਰਲੇ ਪਾਸੇ ਗੇਟ ਤੇ ਜਾ ਕੇ ਆਪਾਂ ਗੇਟ ਦੇ ਨਾਲ ਬਣਿਆ ਹੋਇਆ ਹੈ ਮਾਤਾ ਦਾ ਮੰਦਿਰ। ਅਗਲਾ ਕਿਲਾ ਹੈ ਗਾਂਗਰੋਣ ਦਾ ਕਿਲਾ। ਤੁਸੀਂ ਵੇਖ ਵੀ ਰਹੇ ਹੋਵੋਗੇ। ਗਾਂਗਰੋਣ ਦਾ ਕਿਲਾ ਕੋਟਾ ਤੋਂ 45 ਮੀਲ ਦੀ ਦੂਰੀ ਉੱਤੇ ਦੱਖਣ ਪੂਰਬ ਵਿੱਚ ਸਥਿਤ ਹੈ। ਇਹ ਕਿਲਾ ਕਾਲੀ ਸਿੰਧ ਤੇ ਆਹੂ ਨਦੀਆਂ, ਦੇਖੋ ਇੱਕ ਪਾਸੇ ਕਾਲੀ ਸਿੰਧ ਨਦੀ ਤੇ ਇੱਕ ਪਾਸੇ ਆਹੂ ਨਦੀ ਹੈ, ਇਹਦੇ ਸੰਗਮ ਉੱਤੇ ਬਣਿਆ ਹੋਇਆ ਹੈ। ਬਿਲਕੁਲ ਸੰਗਮ ਤੇ ਬਣਿਆ ਹੋਇਆ ਵਿਖ ਰਿਹਾ ਹੋਵੇਗਾ। ਇਸ ਕਿਲੇ ਦਾ ਨਿਰਮਾਣ ਡੋਡ ਰਾਜਪੂਤਾਂ ਦੁਆਰਾ ਕਰਵਾਇਆ ਗਿਆ। ਡੋਡ ਰਾਜਪੂਤਾਂ ਨੇ ਨਿਰਮਾਣ ਕਰਵਾਇਆ। ਇਸ ਕਾਰਨ ਦਾ ਜਿਹੜਾ ਪਹਿਲਾ ਨਾਮ ਸੀ ਉਹ ਸੀ ਡੋਡਗੜ੍ਹ। ਇਸ ਕਿਲੇ ਨੂੰ ਜਲ ਕਿਲਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਜਲ ਤੋਂ, ਨਦੀਆਂ ਤੋਂ ਘਿਰਿਆ ਹੋਇਆ ਕਿਲਾ ਹੈ, ਕਿਉਂਕਿ ਇਹ ਤਿੰਨਾਂ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਪਿਆ ਹੈ। ਕਿਲੇ ਵਿੱਚ ਤਾੜ ਦੇ ਲੰਮੇ ਲੰਮੇ ਰੁੱਖ ਮੌਜੂਦ ਨੇ, ਤੁਸੀਂ ਵੇਖ ਵੀ ਰਹੇ ਹੋਗੇ। ਗਾਂਗਰੋਣ ਦੇ ਤੋਤੇ ਸਾਰੇ ਰਾਜਸਥਾਨ ਵਿੱਚ ਪ੍ਰਸਿੱਧ ਨੇ। ਇਹ ਹੈ ਗਾਂਗਰੋਣ ਦਾ ਕਿਲਾ। ਅਗਲਾ ਕਿਲਾ ਹੈ ਜੂਨਾਗੜ੍ਹ ਦਾ ਕਿਲਾ। ਇਸ ਕਿਲੇ ਦਾ ਨਿਰਮਾਣ ਕਾਰਜ ਰਾਜਾ ਰਾਏ ਸਿੰਘ ਨੇ ਸ਼ੁਰੂ ਕਰਵਾਇਆ ਅਤੇ ਬਾਅਦ ਦੇ ਸ਼ਾਸਕਾਂ ਨੇ ਇਸ ਕਾਰਜ ਨੂੰ ਨੇਪਰੇ ਚਾੜਿਆ। ਰਾਏ ਸਿੰਘ ਨੇ ਤਾਂ ਇਹਨੂੰ ਸ਼ੁਰੂ ਕਰਵਾਇਆ ਸੀਗਾ, ਪਰੰਤੂ ਬਾਅਦ ਵਾਲੇ ਸ਼ਾਸਕ ਸੀ, ਉਹਨਾਂ ਨੇ ਇਸ ਨੂੰ ਇਹਦਾ ਨਿਰਮਾਣ ਕਾਰਜ ਪੂਰਾ ਕਰਵਾਇਆ ਸੀ। ਇਹ ਕਿਲਾ ਬੀਕਾਨੇਰ ਸ਼ਹਿਰ ਵਿੱਚ ਕੋਟਗੜ੍ਹ ਦੇ ਨੇੜੇ ਬਣਿਆ ਹੋਇਆ ਹੈ। ਸ਼ਹਿਰ ਦੇ ਅੰਦਰ ਹੀ ਹੈ ਇਹ ਕਿਲਾ। ਇਸ ਕਿਲੇ ਦੇ 4 ਚਫੇਰੇ ਡੂੰਘੀ ਖੱਡ ਅਤੇ ਖਾਈ ਬਣੀ ਹੋਈ ਹੈ। ਕਿਲੇ ਅੰਦਰ ਜਾਣ ਲਈ 2 ਦਰਵਾਜ਼ੇ ਬਣੇ ਹੋਏ ਹਨ, ਇੱਕ ਪੂਰਬ ਵੱਲ ਤੇ ਦੂਜਾ ਪੱਛਮ ਵੱਲ ਨੂੰ ਖੁੱਲਦਾ ਹੈ। ਇਸ ਕਿਲੇ ਦੀ ਵਿਸ਼ੇਸ਼ਤਾ ਇਸ ਵਿੱਚ ਬਣੇ ਹੋਏ 33 ਕਰੋੜ ਦੇਵੀ ਦੇਵਤਿਆਂ ਵਾਲੇ ਮੰਦਿਰ ਕਰਕੇ ਹੈ। ਇਸ ਕਿਲੇ ਨੂੰ ਜਿੱਤਣ ਲਈ ਰਾਓ ਮਾਲਦੇਵ, ਬਖਤ ਸਿੰਘ ਅਤੇ ਅਭੈ ਸਿੰਘ ਵਰਗੇ ਰਾਜਿਆਂ ਨੇ ਹਮਲੇ ਕੀਤੇ। ਅਗਲਾ ਕਿਲਾ ਹੈ ਰਣਥੰਭੌਰ ਦਾ ਕਿਲਾ। ਰਾਵਲੀ ਪਰਬਤਮਾਲਾ ਦੀਆਂ ਪਹਾੜੀਆਂ 'ਚ ਗਿਰਿਆ ਰਣਥੰਭੌਰ ਦਾ ਕਿਲਾ ਰਾਜਸਥਾਨ ਦਾ ਉਹ ਕਿਲਾ ਹੈ ਜਿਸ ਤੱਕ ਪਹੁੰਚਣ ਲਈ ਸੱਪ ਦੇ ਆਕਾਰ ਵਰਗੇ ਔਖੇ ਅਤੇ ਛੋਟੇ ਰਸਤੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਆ ਤੁਸੀਂ ਵੇਖ ਵੀ ਰਹੇ ਹੋਗੇ, ਔਖਾ ਔਰ ਛੋਟਾ ਰਸਤਾ ਹੈ। ਵਿਦਵਾਨਾਂ ਅਨੁਸਾਰ ਇਸ ਕਿਲੇ ਦਾ ਨਿਰਮਾਣ ਅਜਮੇਰ ਦੇ ਚੌਹਾਨ ਸ਼ਾਸਕਾਂ ਦੁਆਰਾ 8ਵੀਂ ਸ਼ਤਾਬਦੀ 'ਚ ਕਰਵਾਇਆ ਗਿਆ। ਇਹ ਕਿਲਾ ਦਿੱਲੀ ਤੋਂ 232 ਮੀਲ ਅਤੇ ਜੈਪੁਰ ਤੋਂ 90 ਮੀਲ ਦੀ ਦੂਰੀ 'ਤੇ ਸਥਿਤ ਹੈ। ਪਾਣੀ ਦੀ ਭਰਪੂਰ ਮਾਤਰਾ ਵਾਸਤੇ ਇਸ ਕਿਲੇ ਵਿੱਚ 5 ਵੱਡੇ ਵੱਡੇ ਤਲਾਬ ਬਣਵਾਏ ਗਏ ਹਨ। ਇਸ ਕਿਲੇ ਦਾ ਅਸਲ ਨਾਂ ਰੰਥਪੁਰ ਹੈ, ਜਿਸ ਦਾ ਅਰਥ ਹੈ ਉਹ ਨਗਰ ਜਿਹੜਾ ਰਣ ਭਾਓ ਯੁੱਧ ਦੀ ਘਾਟੀ 'ਚ ਸਥਿਤ ਹੋਵੇ। ਕਿਲੇ ਦਾ ਇਹ ਨਾਂ 2 ਪਹਾੜੀਆਂ ਦੇ ਨਾਵਾਂ ਤੋਂ ਪਿਆ ਹੈ। ਕਿਲੇ ਦੀ ਨੇੜਲੀ ਪਹਾੜੀ ਦਾ ਨਾਂ ਰਣ ਹੈ ਅਤੇ ਜਿਸ ਪਹਾੜੀ ਉੱਤੇ ਕਿਲਾ ਸਥਿਤ ਹੈ ਉਸ ਦਾ ਨਾਮ ਹੈ ਥੰਬ, ਔਰ ਬਣ ਗਿਆ ਰਣਥੰਭੌਰ। ਇਹਦਾ ਨਾਮ ਪੈ ਗਿਆ ਰਣਥੰਭੌਰ। ਅਗਲਾ ਕਿਲਾ ਹੈ ਕੁੰਭਲਗੜ੍ਹ ਦਾ ਕਿਲਾ। ਇਹ ਕਿਲਾ ਉਦੈਪੁਰ ਤੋਂ 60 ਮੀਲ ਦੀ ਦੂਰੀ 'ਤੇ ਸਥਿਤ ਹੈ। ਇਸ ਕਿਲੇ ਨੂੰ ਮਹਾਰਾਣਾ ਕੁੰਭਾ ਨੇ ਤਿਆਰ ਕਰਵਾਇਆ ਸੀ। ਕਿਲੇ ਦਾ ਘੇਰਾ ਬਹੁਤ ਚੌੜਾ ਹੈ, ਤੁਸੀਂ ਵੇਖ ਵੀ ਰਹੇ ਹੋਵੋਗੇ। ਕੰਧਾਂ ਦੀ ਚੌੜਾਈ ਇੰਨੀ ਰੱਖੀ ਗਈ ਹੈ ਕਿ 2
3 ਘੋੜਸਵਾਰ ਬਰਾਬਰ ਚੱਲ ਸਕਦੇ ਨੇ। ਤੁਸੀਂ ਜਿਹੜੀ ਪਹਿਲੀ ਫੋਟੋ ਹੈ ਉਸ ਵਿੱਚ ਦੇਖ ਰਹੇ ਹੋਗੇ ਕਿੰਨੀ ਚੌੜੀ ਦੀਵਾਰ ਹੈ, ਔਰ ਉਹਦੇ ਉੱਤੇ ਆਰਾਮ ਨਾਲ ਘੋੜਸਵਾਰ ਹੈ ਜੋ ਚੱਲ ਸਕਦੇ ਨੇ। ਕਿਲੇ ਦੇ 3 ਪ੍ਰਵੇਸ਼ ਦੁਆਰ ਨੇ, ਟੋਡਾਬਾਰੀ, ਤੁਰਿਆ ਹੀੜਾ, ਦਾਣੀ ਵੱਟਾ। ਇਸ ਕਿਲੇ ਵਿੱਚ ਬਹੁਤ ਸਾਰੇ ਜੈਨ ਮੰਦਰ ਬਣੇ ਹੋਏ ਹਨ। ਇਸ ਕਿਲੇ ਦੀ ਵਿਸ਼ੇਸ਼ਤਾ, ਇਸ ਅੰਦਰ ਹੀ ਇੱਕ ਹੋਰ ਕਿਲਾ ਬਣਿਆ ਹੋਇਆ ਹੈ, ਕਿਲੇ ਅੰਦਰ ਕਿਲਾ ਬਣਿਆ ਹੋਇਆ ਹੈ। ਇਸ ਕਿਲੇ ਨੂੰ ਕੁੰਭਲਮੇਰਨ ਜਾਂ ਕੁੰਭਲਗੜ੍ਹ ਦਾ ਕਿਲਾ ਆਖਿਆ ਜਾਂਦਾ ਹੈ। ਕਿਲੇ ਅੰਦਰ ਕਿਲਾ ਤੁਸੀਂ ਵੇਖ ਵੀ ਰਹੇ ਹੋਗੇ, ਪਹਿਲੀ ਸਕਰੀਨ ਹੈ ਜਿਹੜੀ ਉਹਦੇ ਵਿੱਚ ਦੇਖਿਆ ਹੋਊਗਾ ਕਿਲੇ ਦੇ ਅੰਦਰ ਕਿਲਾ ਬਣਿਆ ਹੋਇਆ ਹੈ। ਆ ਪਹਿਲੀ ਫੋਟੋ ਹੈ ਉਸ ਦਿਖ ਰਿਹਾ ਹੈ। ਹੁਣ ਚੱਲਦੇ ਆ ਅਗਲੇ ਕਿਲੇ ਵੱਲ। ਅਗਲਾ ਕਿਲਾ ਹੈ ਤਾਰਾਗੜ੍ਹ ਦਾ ਕਿਲਾ। ਇਹ ਕਿਲਾ ਬੂੰਦੀ ਨਗਰ ਨਾਲ ਸੰਬੰਧਿਤ ਹੈ। ਬੂੰਦੀ 2 ਪਹਾੜਾਂ ਦੇ ਆਸੇ-ਪਾਸੇ ਵਸਿਆ ਹੋਇਆ ਨਗਰ ਹੈ। ਇੱਕ ਪਹਾੜ ਦੀ ਟੀਸੀ ਉੱਪਰ ਤਾਰਾਗੜ੍ਹ ਕਿਲਾ ਬਣਿਆ ਹੋਇਆ ਹੈ ਅਤੇ ਦੂਜੇ ਪਹਾੜ ਦੀ ਟੀਸੀ ਉੱਪਰ ਰਾਜ ਨਿਵਾਸ। ਵਿਦਵਾਨਾਂ ਅਨੁਸਾਰ ਇਸ ਕਿਲੇ ਦਾ ਨਿਰਮਾਣ ਰਾਓ ਨਰ ਸਿੰਘ ਨੇ 1354 ਈਸਵੀ ਵਿੱਚ ਕਰਵਾਇਆ। ਕਿਲੇ ਵਿੱਚ ਕਈ ਛਤਰੀਆਂ ਬਣੀਆਂ ਹੋਈਆਂ ਹਨ। ਇਹ ਕਿਲਾ ਅੱਜ ਆਪਣੀ ਰਾਜਸ਼ਾਹੀ ਠਾਠ ਬਾਠ ਨੂੰ ਗਵਾ ਚੁੱਕਾ ਹੈ, ਪਰੰਤੂ ਇਸ ਦੇ ਖੰਡਰ ਇਸ ਦੀ ਆਭਾ ਨੂੰ ਦਰਸਾਉਂਦੇ ਹਨ। ਇਸ ਕਿਲੇ ਦੀ ਅੰਦਰੂਨੀ ਭਾਗਾਂ 'ਚ ਹੋਈ ਰੰਗੀਨ ਕੱਚ ਦੀ ਮੀਨਾਕਾਰੀ ਅਤੇ ਭਿੱਤੀ ਚਿੱਤਰ ਇਸ ਕਿਲੇ ਦੀ ਮੁੱਖ ਵਿਸ਼ੇਸ਼ਤਾ ਹਨ। ਅਗਲਾ ਕਿਲਾ ਹੈ ਨਾਹਰਗੜ੍ਹ ਦਾ ਕਿਲਾ। ਇਹ ਕਿਲਾ ਜੈਪੁਰ ਦੇ ਨੇੜੇ ਹੀ ਬਣਿਆ ਹੋਇਆ ਹੈ। ਜੈਪੁਰ 3 ਦਿਸ਼ਾਵਾਂ ਤੋਂ ਪਹਾੜੀ ਖੇਤਰ ਨਾਲ ਸੁਰੱਖਿਅਤ ਹੈ, ਘਿਰਿਆ ਹੋਇਆ ਹੈ 3 ਤਰਫ ਪਹਾੜੀ ਏਰੀਏ ਦੇ ਨਾਲ। ਦੱਖਣ ਵੱਲ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਇਸ ਕਿਲੇ ਦਾ ਨਿਰਮਾਣ ਸਵਾਈ ਜੈ ਸਿੰਘ ਦੁਆਰਾ ਕਰਾਇਆ ਗਿਆ। ਇਹ ਕਿਲਾ ਉੱਚੀ ਪਹਾੜੀ ਉੱਪਰ ਹੋਣ ਕਰਕੇ ਜੈਪੁਰ ਸ਼ਹਿਰ ਵਿੱਚੋਂ ਸਪਸ਼ਟ ਦਿਖਾਈ ਦਿੰਦਾ ਹੈ ਅਤੇ ਇਹ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਦਾ ਹੈ, ਕਿਉਂਕਿ ਪਹਾੜੀ ਉੱਤੇ ਬਣਿਆ ਹੈ ਤੇ ਦੂਰੋਂ ਹੀ ਦਿਖ ਜਾਂਦਾ ਹੈ ਸ਼ਹਿਰ ਦੇ ਵਿੱਚ। ਕਿਲੇ ਨਾਲ ਹੀ ਬਣੇ ਹੋਏ ਸੂਰਜ ਪ੍ਰਕਾਸ਼, ਖੁਸ਼ਹਾਲ ਪ੍ਰਕਾਸ਼, ਰਤਨ ਪ੍ਰਕਾਸ਼ ਅਤੇ ਬਸੰਤ ਪ੍ਰਕਾਸ਼ ਭਵਨ ਹਨ, ਜਿਹੜੇ ਆਪਣੀ ਸਮਰੂਪਤਾ ਅਤੇ ਚਿੱਤਰਕਾਰੀ ਦੀਆਂ ਬਾਰੀਕੀਆਂ ਕਰਕੇ ਪ੍ਰਸਿੱਧ ਹਨ। ਇਹਨਾਂ ਭਵਨਾਂ ਦਾ ਨਿਰਮਾਣ ਸਵਾਈ ਮਾਧੋ ਸਿੰਘ ਅਤੇ ਰਾਮ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਕਰਵਾਇਆ। ਅਖੀਰਲਾ ਕਿਲਾ ਮਹਿਰਾਨਗੜ੍ਹ ਦਾ ਕਿਲਾ। ਇਹ ਕਿਲਾ ਜੋਧਪੁਰ ਜ਼ਿਲ੍ਹੇ 'ਚ ਸਥਿਤ ਹੈ। ਇਸ ਕਿਲੇ ਦਾ ਨਿਰਮਾਣ ਰਾਓ ਜੋਧਾ ਨੇ ਕਰਵਾਇਆ। ਇਸ ਕਿਲੇ ਦੇ ਆਸੇ-ਪਾਸੇ ਜੋ ਨਗਰ ਵਸਾਇਆ ਗਿਆ ਉਸ ਦਾ ਨਾਮ ਰਾਓ ਜੋਧਾ ਦੇ ਨਾਂ ਤੇ ਜੋਧਪੁਰ ਰੱਖਿਆ ਗਿਆ। ਇਹ ਕਿਲਾ ਚਿੜੀਆ ਟੂੰਕ ਨਾਮ ਦੀ ਉੱਚੀ ਪਹਾੜੀ ਉੱਤੇ ਬਣਿਆ ਹੋਇਆ ਹੈ। ਇਸ ਕਿਲੇ ਦੇ ਭਾਵੇਂ ਕਈ ਦਰਵਾਜ਼ੇ ਹਨ, ਪਰੰਤੂ ਇਹਨਾਂ ਵਿੱਚੋਂ ਜੈ ਪੋਲ, ਲੋਹਾ ਪੋਲ ਅਤੇ ਫਤਿਹ ਪੋਲ ਪ੍ਰਮੁੱਖ ਹਨ। ਉਪਰੋਕਤ ਕਿਲਿਆਂ ਤੋਂ ਬਿਨਾਂ ਹੋਰ ਵੀ ਕਈ ਕਿਲੇ ਨੇ। ਮਾਂਡਲਗੜ੍ਹ ਦਾ ਕਿਲਾ, ਨਾਗੌਰ ਦਾ ਕਿਲਾ, ਪਟਨੇਰ ਦਾ ਕਿਲਾ, ਜੈਗੜ੍ਹ ਦਾ ਕਿਲਾ ਆਦਿ ਹੋਰ ਵੀ ਬਹੁਤ ਸਾਰੇ ਕਿਲੇ ਹਨ। ਕਿਲਿਆਂ ਦੀ ਵਿਸਥਾਰਮਈ ਜਾਣਕਾਰੀ ਨੂੰ ਪੜ੍ਹ ਕੇ ਅਸੀਂ ਆਖ ਸਕਦੇ ਹਾਂ ਕਿ ਕਿਲੇ ਸਿਰਫ ਰਾਜਿਆਂ ਲਈ ਸੁਰੱਖਿਆ ਛਤਰੀ ਹੀ ਨਹੀਂ ਸਨ, ਸਗੋਂ ਉਸ ਸਮੇਂ ਦੀ ਭਵਨ ਕਲਾ, ਚਿੱਤਰਕਲਾ ਅਤੇ ਰਾਜਿਆਂ ਦੀ ਰੱਖਿਆ ਨੀਤੀ ਦਾ ਮੁੱਖ ਸਾਧਨ ਸਨ। ਹੁਣ ਆਪਾਂ ਕਰਦੇ ਹਾਂ ਅਭਿਆਸ ਪ੍ਰਸ਼ਨ। ਵੈਸੇ ਕਿਸੇ ਵੀ ਕਿਲੇ ਉੱਤੇ ਟਿੱਪਣੀ ਆ ਸਕਦੀ ਹੈ। ਇੱਥੇ ਅਭਿਆਸ ਪ੍ਰਸ਼ਨ ਪਹਿਲਾ ਪ੍ਰਸ਼ਨ, ਰਾਜਸਥਾਨ ਦੇ ਕਿਲਿਆਂ ਦੀਆਂ ਕੀ ਵਿਸ਼ੇਸ਼ਤਾ ਹਨ? ਰਾਜਸਥਾਨ ਦੇ ਖਿੱਤੇ ਵਿੱਚ ਕਿਲਿਆਂ ਦੀ ਗਿਣਤੀ ਸੈਂਕੜਿਆਂ 'ਚ ਹੋਣ ਕਰਕੇ ਇਹਨੂੰ ਕਿਲਿਆਂ ਦੀ ਧਰਤੀ ਕਿਹਾ ਜਾਂਦਾ ਹੈ। ਇਹ ਮਹੱਤਵਪੂਰਨ ਕਿਲੇ ਰਾਜਸਥਾਨੀ ਕਲਾ, ਸੰਸਕ੍ਰਿਤੀ ਅਤੇ ਬਹਾਦਰੀ ਦੇ ਅਨੇਕ ਕਿੱਸਿਆਂ ਨੂੰ ਸਾਡੇ ਦ੍ਰਿਸ਼ਟੀਗੋਚਰ ਕਰਦੇ ਹਨ। ਕਿਲਿਆਂ ਦੀਆਂ ਇਹਨਾਂ ਵਿਸ਼ੇਸ਼ਤਾਵਾਂ ਕਰਕੇ ਹੀ ਦੇਸ਼ਾਂ ਵਿਦੇਸ਼ਾਂ 'ਚੋਂ ਲੱਖਾਂ ਸੈਲਾਨੀ ਇੱਥੇ ਆਉਂਦੇ ਹਨ। ਔਰ ਜਿਹੜੇ ਆ ਕਿਲੇ ਹੈ ਸਿਰਫ ਰਾਜਿਆਂ ਲਈ ਸੁਰੱਖਿਆ ਖਤਰੀ ਨਹੀਂ ਸਨ, ਸਗੋਂ ਉਸ ਸਮੇਂ ਦੀ ਭਵਨ ਕਲਾ, ਚਿੱਤਰਕਲਾ ਅਤੇ ਰਾਜਿਆਂ ਦੀ ਰੱਖਿਆ ਨੀਤੀ ਦਾ ਵੀ ਸਾਧਨ ਸਨ। ਪ੍ਰਸ਼ਨ ਨੰਬਰ 2, ਰਾਜਸਥਾਨ ਦਾ ਸਭ ਤੋਂ ਮਹੱਤਵਪੂਰਨ ਕਿਲਾ ਕਿਹੜਾ ਹੈ? ਤੇ ਰਾਜਸਥਾਨ ਦਾ ਸਭ ਤੋਂ ਮਹੱਤਵਪੂਰਨ ਕਿਲਾ ਹੈ ਚਿੱਤੌੜ ਦਾ ਕਿਲਾ। ਤੇ ਇਸ ਦੀ ਕੀ ਵਿਸ਼ੇਸ਼ਤਾ ਹੈ? ਇਹਦੀ ਆਹ ਵਿਸ਼ੇਸ਼ਤਾ ਹੈ ਕਿ ਰਾਜਸਥਾਨ ਦੇ ਸਾਰੇ ਕਿਲਿਆਂ ਵਿੱਚੋਂ ਇਹ ਕਿਲਾ ਸਿਰਮੌਰ ਹੈ, ਔਰ ਇਹ ਕਿਲਾ ਮੌਰਿਆ ਵੰਸ਼ ਦੇ ਰਾਜਾ ਚਿਤਰਾਗੰਦ ਮੌਰਿਆ ਨੇ ਬਣਵਾਇਆ ਸੀ ਤੇ ਉਹਦੇ ਨਾਮ ਤੇ ਹੀ ਇਹਦਾ ਨਾਮ ਪਿਆ ਹੈ ਚਿੱਤੌੜਗੜ੍ਹ। ਔਰ ਇਸ ਕਿਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੰਨਾ ਮਜ਼ਬੂਤ ਹੈ ਕਿ ਜਿਸ ਨੂੰ ਕੋਈ ਵੀ ਹਮਲਾਵਰ ਭੇਦ ਨਹੀਂ ਸਕਿਆ।
ਇਹ ਕਿਲਾ ਸਭ ਤੋਂ ਵਧੀਆ ਕਿਲਾ ਹੈ। ਤੀਜਾ ਪ੍ਰਸ਼ਨ, ਰਾਜਸਥਾਨ ਦੇ ਭਾਟੀ ਰਾਜਪੂਤਾਂ ਨਾਲ ਸੰਬੰਧਿਤ ਕਿਲੇ ਉੱਪਰ ਟਿੱਪਣੀ ਕਰੋ। ਤੇ ਰਾਜਸਥਾਨ ਦੇ ਭਾਟੀ ਰਾਜਪੂਤਾਂ ਨਾਲ ਸੰਬੰਧਿਤ ਕਿਲਾ ਹੈ ਜੈਸਲਮੇਰ ਦਾ ਕਿਲਾ, ਜਿਹੜਾ ਕਿ ਰਾਜਸਥਾਨ ਦੇ ਭਾਟੀ ਰਾਜਪੂਤਾਂ ਦਾ ਸਭ ਤੋਂ ਵੱਡਾ ਕਿਲਾ ਸੀ। ਔਰ ਇਸ ਕਿਲੇ ਦਾ ਨਿਰਮਾਣ ਰਾਓ ਜੈਸਲ ਨੇ 1155 ਵਿੱਚ ਕਰਾਇਆ ਸੀਗਾ। ਔਰ ਰਾਓ ਜੈਸਲ ਦੇ ਨਾਮ ਤੇ ਹੀ ਜੈਸਲਮੇਰ ਨਗਰ ਵਸਿਆ ਹੋਇਆ ਹੈ। ਇਹ ਕਿਲਾ ਰਾਜਪੂਤਾ ਭਵਨ ਕਲਾ ਦੇ ਆਧਾਰ ਤੇ ਬਣਿਆ ਹੋਇਆ ਹੈ। ਅਗਲਾ ਪ੍ਰਸ਼ਨ ਹੈ, ਗਾਂਗਰੋਣ ਦੇ ਕਿਲੇ ਦੀ ਪ੍ਰਸਿੱਧੀ ਦਾ ਕਾਰਨ ਲਿਖੋ। ਤੇ ਆਪਾਂ ਕਾਫੀ ਲਿਖ ਸਕਦੇ ਹਾਂ ਕਿ ਇਸ ਕਿਲੇ ਦਾ ਨਿਰਮਾਣ ਡੋਡ ਰਾਜਪੂਤਾਂ ਨੇ ਕਰਵਾਇਆ ਸੀ। ਇਹ ਕਿਲਾ ਇਸ ਕਰਕੇ ਇਹਦਾ ਪਹਿਲਾ ਨਾਮ ਡੋਡਗੜ੍ਹ ਸੀ। ਔਰ ਇਹ ਕਿਲਾ ਤਿੰਨਾਂ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੈ, ਇਸ ਕਾਰਨ ਇਹਨੂੰ ਜਲ ਕਿਲਾ ਵੀ ਕਿਹਾ ਜਾਂਦਾ ਹੈ। ਇਸ ਕਿਲੇ ਵਿੱਚ ਤਾੜ ਦੇ ਲੰਮੇ ਲੰਮੇ ਰੁੱਖ ਵੀ ਹੈ। ਔਰ ਗਾਂਗਰਣ ਦੇ ਤੋਤੇ ਆ ਜਿਹੜੇ, ਉਹ ਬੜੇ ਪ੍ਰਸਿੱਧ ਨੇ। ਔਰ ਇਹ ਕਿਲਾ ਕਾਲੀ ਸਿੰਧ ਤੇ ਆਹੂ ਨਦੀਆਂ ਦੇ ਸੰਗਮ ਤੇ ਬਣਿਆ ਹੋਇਆ ਹੈ। ਅਗਲਾ ਹੈ ਪ੍ਰਸ਼ਨ ਨੰਬਰ 5, ਰਣਥੰਭੌਰ ਕਿਲੇ ਉੱਪਰ ਟਿੱਪਣੀ ਕਰੋ। ਇਹਦਾ ਉੱਤਰ ਹੈ, ਇਸ ਕਿਲੇ ਦਾ ਨਿਰਮਾਣ ਅਜਮੇਰ ਦੇ ਚੌਹਾਨ ਸ਼ਾਸਕਾਂ ਨੇ ਕਰਵਾਇਆ। ਇਸ ਕਿਲੇ ਦਾ ਅਸਲ ਨਾਮ ਰਣਥੰਭੌਰ ਹੈ, ਜਿਸ ਦਾ ਅਰਥ ਹੈ ਉਹ ਨਗਰ ਜਿਹੜਾ ਰਣ ਭਾਵ ਯੁੱਧ ਦੀ ਘਾਟੀ 'ਚ ਸਥਿਤ ਹੋਵੇ। ਕਿਲੇ ਦਾ ਇਹ ਨਾਂ ਦੋ ਪਹਾੜੀਆਂ ਕਰਕੇ ਵੀ ਹੈ। ਕਿਲੇ ਦੇ ਨੇੜਲੀ ਪਹਾੜੀ ਹੈ, ਉਹਦਾ ਨਾਂ ਹੈ ਰਣ, ਅਤੇ ਜਿਸ ਉੱਤੇ ਕਿਲਾ ਬਣਿਆ ਹੋਇਆ ਹੈ ਉਸ ਪਹਾੜੀ ਦਾ ਨਾਮ ਹੈ ਥੰਮ। ਇਸ ਕਾਰਨ ਵੀ ਇਸ ਦਾ ਨਾਮ ਰਣਥੰਭੌਰ ਪੈ ਗਿਆ। ਤੇ ਇਸ ਦਾ ਪੈਂਡਾ ਹੈ ਉਹ ਵਿਖੜਾ ਹੈ। ਰਣਥੰਭੌਰ ਦਾ ਕਠਨ ਰਾਹ ਹੈ ਜਿਹੜਾ, ਉਹ ਕਾਫੀ ਕਠਨ ਹੈ, ਜਿੱਤਣਾ ਥੋੜਾ ਔਖਾ ਹੈ। ਤੁਸੀਂ ਵੇਖ ਰਹੇ ਸੀ ਪੰਜਾਬੀ ਟੀਚਰ ਰਾਜਸਥਾਨ ਬੋਰਡ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।